ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ, ਸੁਣੀ ਅਰਦਾਸ ਸੁਆਮੀ ਮੇਰਾ। ਸਰਬ ਕਲਾ ਬਨ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਪਤਤ ਪਾਵਨ ਚਵਰ ਤਖਤ ਦੇ ਮਾਲਕ। ਲੋਕ ਪਰਲੋਕ ਦੇ ਸਹਾਇਕ, ਸ਼ਬਦ ਅਵਤਾਰ ਨਿਰੰਕਾਰੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ। ਆਪ ਵਡਭਾਗੀ ਹੋ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਵਨ ਗੁਰਬਾਣੀ ਨੂੰ ਸਰਵਣ ਕਰਕੇ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਲੈ ਕਰਕੇ ਸਤਿਗੁਰੂ ਸਾਹਿਬਾਨ ਨੇ ਆਪਾਂ ਨੂੰ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਦਿੱਤੇ ਔਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਿਤਨੇਮ ਦੇ ਪਾਠ ਹੋਏ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਔਰ ਅੰਮ੍ਰਿਤ ਵੇਲੇ ਤੋਂ ਹੀ ਲੈ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਹੈ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਓ ਕੁਝ ਕਹਿਣ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਪਿਆਰ ਦਾ ਸਬੂਤ ਦਿਓ, ਆਸੀਸ ਬਖਸ਼ਿਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੀਵਨ ਬਹੁਤ ਲਵੇਰਾ ਔਰ ਜਿਸ ਵੇਲੇ ਧਰਤੀ ਤੇ ਕੋਈ ਵੀ ਕਿਸੇ ਦਾ ਧਰਮ ਨਾ ਰਹਿ ਗਿਆ, ਜਿਸ ਵੇਲੇ ਧਰਤੀ ਤੇ ਪਾਪਾਂ ਦਾ ਬਹੁਤ ਭਾਰ ਵੱਧ ਗਿਆ ਔਰ ਆਪੋ ਆਪਣੇ ਨਾਮ ਦਾ ਡੰਕਾ ਵਜਾ ਕਰਕੇ ਅਵਤਾਰ ਤੇ ਹੋਰ ਵੀ ਆਏ ਸੰਸਾਰ ਦੇ ਉੱਪਰ, ਪਰ ਭੁੱਲੇ ਹੋਏ ਭੜਕੇ ਹੋਏ ਜੀਵਾਂ ਨੂੰ ਕਿਸੇ ਨੇ ਸਿੱਧੇ ਰਸਤੇ ਨਹੀਂ ਪਾਇਆ। ਆਪਣੇ ਨਾਮ ਦੀ ਵਡਿਆਈ ਕਰਕੇ ਇਸ ਸੰਸਾਰ ਤੋਂ ਕੂਚ ਕਰ ਗਏ, ਪਰ ਧਰਤੀ ਉੱਪਰ ਜਿਤਨੇ ਵੀ ਲੋਕ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਾ ਆਈ। ਜਿਸ ਵੇਲੇ ਵਿਕਾਰ ਵੱਧ ਗਏ, ਅਕਿਰਤ ਘਣਾ ਦਾ ਬਹੁਤ ਭਾਰ ਵੱਧ ਗਿਆ,
ਉਸ ਵੇਲੇ ਧਰਤੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਹੇ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹੁਣ ਮੇਰੇ ਤੋਂ ਇਹਨਾਂ ਪਾਪਾਂ ਦਾ ਭਾਰ ਜਿਹੜਾ ਹੈ ਉਹ ਚੁੱਕਿਆ ਨਹੀਂ ਜਾਂਦਾ। ਇਹ ਪਾਪੀ ਲੋਕ ਬਹੁਤ ਜ਼ਿਆਦੇ ਜਿਤਨੇ ਵੀ ਰਾਜੇ ਨੇ ਉਹੋ ਹੀ ਬਹੁਤ ਪਾਪ ਕਮਾ ਰਹੇ ਨੇ, ਹੁਣ ਇਹਨਾਂ ਦਾ ਭਾਰ ਝੱਲਿਆ ਨਹੀਂ ਜਾਂਦਾ। ਹੁਣ ਕਿਰਪਾ ਕਰੋ, ਸੰਸਾਰ ਦੇ ਉੱਪਰ ਕੋਈ ਐਸਾ ਅਵਤਾਰ ਭੇਜੋ ਜਿਹੜਾ ਇਸ ਸੰਸਾਰ ਦੇ ਉੱਪਰ ਆ ਕਰਕੇ ਇਹਨਾਂ ਭੁੱਲੇ ਹੋਏ ਭੜਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਪਾਵੇ। ਉਸ ਵੇਲੇ ਪਰਮੇਸ਼ਰ ਨੇ, ਪਰਮਾਤਮਾ ਨੇ ਧਰਤੀ ਨੂੰ ਪੁੱਛਿਆ ਕਿ ਤੈਨੂੰ ਕਿਹਦਾ ਭਾਰ ਲੱਗਦਾ ਹੈ। ਉਸ ਵੇਲੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਧਰਤੀ ਨੂੰ ਪੁੱਛਿਆ ਜਦੋਂ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਕਿ ਤੈਨੂੰ ਕਿਹਦਾ ਭਾਰ ਲੱਗਦਾ ਹੈ। ਉਸ ਵੇਲੇ ਧਰਤੀ ਨੇ ਕਿਹਾ ਕਿ ਹੇ ਪਰਮਾਤਮਾ, ਇਹ ਜਿਤਨੇ ਵੀ ਵੱਡੇ ਵੱਡੇ ਪਹਾੜ ਨੇ, ਪਰਬਤ ਨੇ, ਅਸਮਾਨ ਦੇ ਨਾਲ ਲੱਗ ਰਹੇ ਨੇ, ਉੱਚੇ ਨੇ, ਇਹਨਾਂ ਦਾ ਭਾਰ ਨਹੀਂ ਲੱਗਦਾ। ਹੋਰ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਧਰਤੀ ਨੂੰ ਹੋਰ ਵੀ ਪ੍ਰਮਾਤਮਾ ਪੁੱਛਦਾ ਹੈ, ਪਰ ਧਰਤੀ ਕਹਿੰਦੀ ਹੈ ਕਿ ਜਿਤਨੇ ਵੀ ਕਿਲੇ ਨੇ, ਕੋਟ ਬਣੇ ਹੋਏ ਨੇ, ਘਰ ਬਣੇ ਹੋਏ ਨੇ, ਕੋਠੀਆਂ ਬਣੀਆਂ ਹੋਈਆਂ ਨੇ, ਮੈਨੂੰ ਇਹਨਾਂ ਦਾ ਵੀ ਭਾਰ ਨਹੀਂ ਲੱਗਦਾ। ਔਰ ਹੋਰ ਵੀ ਭਾਈ ਗੁਰਦਾਸ ਜੀ ਕੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਜਿਤਨੇ ਵੀ ਧਰਤੀ ਦੇ ਉੱਪਰ ਇਹ ਸਮੁੰਦਰ ਨੇ, ਨਹਿਰਾਂ ਨੇ, ਨਦੀਆਂ ਵਗ ਰਹੀਆਂ ਨੇ, ਇਹ ਵੱਡੇ ਵੱਡੇ ਵਹਾਅ ਵਗ ਰਹੇ ਨੇ, ਇਹਨਾਂ ਦਾ ਵੀ ਭਾਰ ਨਹੀਂ। ਔਰ ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ। ਇਹ ਜਿਤਨੇ ਵੀ ਧਰਤੀ ਤੇ ਰੁੱਖ ਨੇ, ਜਿਤਨੇ ਵੀ ਦਰਖਤ ਨੇ, ਮੈਨੂੰ ਇਹਨਾਂ ਦਾ ਵੀ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਜੀ ਜੰਤ ਅਗਣਤ ਫਿਰੰਦੇ। ਧਰਤੀ ਨੇ ਕਿਹਾ ਕਿ ਹੇ ਪਰਮਾਤਮਾ, ਧਰਤੀ ਦੇ ਉੱਪਰ ਬਹੁਤ ਜ਼ਿਆਦੇ ਜੀਵ ਜੰਤੂ ਵਸ ਰਹੇ ਨੇ, ਲੋਕ ਵਸ ਰਹੇ ਨੇ, ਅਗਣਤ ਹੈ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ, ਮੈਨੂੰ ਉਹਨਾਂ ਦਾ ਵੀ ਭਾਰ ਨਹੀਂ ਲੱਗਦਾ। ਕਿੰਨਾ ਦਾ ਭਾਰ ਲੱਗਦਾ ਹੈ? ਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਕਿ ਧਰਤੀ ਨੇ ਕਿਹਾ ਕਿ ਹੇ ਪ੍ਰਮਾਤਮਾ, ਜਿਤਨੇ ਵੀ ਪਰਬਤ ਨੇ, ਨਦੀਆਂ ਨੇ, ਲੋਕ ਨੇ, ਇਹ ਜੀਵ ਜੰਤੂ ਨੇ, ਇਹਨਾਂ ਦਾ ਭਾਰ ਨਹੀਂ। ਮੈਨੂੰ ਭਾਰ ਕਿੰਨਾ ਦਾ ਲੱਗਦਾ ਹੈ? ਜਿਹੜੇ ਅਕਿਰਤ ਕਣ। ਅਕਿਰਤ ਕਣ ਕਿਹਨੂੰ ਕਿਹਾ ਜਾਂਦਾ ਹੈ? ਅਕਿਰਤ ਕਣ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕੀਤੇ ਹੋਏ ਗੁਣਾਂ ਨੂੰ ਭੁਲਾ ਦੇਵੇ, ਉਹਨੂੰ ਕਿਰਤ ਕਣ ਕਿਹਾ ਜਾਂਦਾ। ਔਰ ਭਾਈ ਗੁਰਦਾਸ ਜੀ ਕਹਿੰਦੇ ਨੇ, ਧਰਤੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਔਰ ਅਰਦਾਸ ਨੂੰ, ਧਰਤੀ ਦੀ ਅਰਦਾਸ ਨੂੰ ਪਰਮੇਸ਼ਰ ਨੇ ਆਪਣੇ ਦਰ ਤੇ ਪ੍ਰਵਾਨ ਕੀਤਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ। ਉਸ ਧਰਤੀ ਨੇ ਵਿਰਾਗ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਫਿਰ ਉਸ ਅਰਦਾਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਰ ਤੇ ਪ੍ਰਵਾਨ ਕੀਤਾ। ਔਰ ਫਿਰ ਰਾਏ ਭੋਏ ਦੀ ਤਲਵੰਡੀ ਤੇ ਬਾਬਾ
ਮਹਿਤਾ ਕਾਲੂ ਜੀ ਦੀ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਵਤਾਰ। ਖਾਲਸਾ ਜੀ ਇਤਿਹਾਸ ਦੇ ਵਿੱਚ ਹੋਰ ਵੀ ਅਵਤਾਰਾਂ ਦਾ ਜ਼ਿਕਰ ਆਉਂਦਾ। 6 ਪ੍ਰਕਾਰ ਦੇ ਅਵਤਾਰ ਮੰਨੇ ਗਏ ਨੇ। ਅੰਸਾ ਅਵਤਾਰ, ਅਵੇਸ਼ਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਕਲਾ ਅਵਤਾਰ, ਪੂਰਨ ਅਵਤਾਰ। ਅੰਸ਼ਾ ਅਵਤਾਰ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਆਪਣੀ ਅੰਸ਼ ਦੇ ਵਿੱਚੋਂ ਪੈਦਾ ਹੋਵੇ ਉਹਨੂੰ ਅੰਸ਼ਾ ਅਵਤਾਰ ਕਿਹਾ ਜਾਂਦਾ ਹੈ। ਜਿਵੇਂ ਅੰਸ਼ੀ ਚੱਲਦੀ ਹੈ ਅਵਤਾਰਾਂ ਦੀ। ਔਰ ਅਵੇਸ਼ਾ ਅਵਤਾਰ ਹੁੰਦਾ ਹੈ ਜਿਹੜਾ ਅਵਤਾਰ ਲੈ ਲਵੇ ਔਰ ਧਰਤੀ ਦੇ ਉੱਪਰ ਆ ਕਰਕੇ ਆਪਣੀ ਭਗਤੀ ਕਰੇ ਤੇ ਭਗਤੀ ਕਰਕੇ ਫਿਰ ਸ਼ਕਤੀ ਨੂੰ ਪ੍ਰਾਪਤ ਕਰੇ ਤੇ ਲੋਕਾਂ ਨੂੰ ਆਪਣੀ ਸ਼ਕਤੀ ਵਿਖਾਵੇ, ਉਹਨੂੰ ਅਵੇਸ਼ਾ ਅਵਤਾਰ ਕਿਹਾ ਜਾਂਦਾ। ਨਿਤ ਅਵਤਾਰ, ਨਿਤ ਅਵਤਾਰ ਜਿਹੜੇ ਨਿਤਾ ਪ੍ਰਤੀ ਅਵਤਾਰ ਧਰਤੀ ਤੇ ਆ ਰਹੇ ਨੇ। ਨਿਮਿਤ ਅਵਤਾਰ ਜਿਵੇਂ ਕਿਸੇ ਦੇ ਨਿਮਿਤ ਅਵਤਾਰ ਧਾਰਨਾ ਹੋਵੇ, ਜਿਵੇਂ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਮਾਰਿਆ। ਕਿਸੇ ਦੇ ਨਿਮਿਤ ਅਵਤਾਰ ਧਾਰਨਾ ਹੋਵੇ ਉਹਨੂੰ ਨਿਮਿਤ ਅਵਤਾਰ ਕਿਹਾ ਜਾਂਦਾ। ਕਲਾ ਅਵਤਾਰ ਜਿਵੇਂ ਕਲਾ ਧਾਰਨ ਕਰਕੇ, ਜਿਵੇਂ ਰਾਮਚੰਦਰ ਜੀ 14 ਕਲਾ ਲੈ ਕਰਕੇ ਆਏ, ਕ੍ਰਿਸ਼ਨ ਭਗਵਾਨ ਜੀ 16 ਕਲਾ ਲੈ ਕਰਕੇ ਆਏ। ਪਰ ਗੁਰਬਾਣੀ ਕਹਿੰਦੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਗੁਰਬਾਣੀ ਕਹਿੰਦੀ ਹੈ ਜਿਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਸੰਸਾਰ ਦੇ ਉੱਪਰ ਆਏ, ਅਵਤਾਰ ਧਾਰਨ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ 14 ਨਹੀਂ 16 ਨਹੀਂ ਅਨੰਤੀ ਕਲਾ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਗੁਰਬਾਣੀ ਇਸ ਗੱਲ ਦੀ ਅਗਵਾਹੀ ਦਿੰਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅਨੇਕਾਂ ਹੀ ਕਲਾ ਲੈ ਕਰਕੇ ਸੰਸਾਰ ਦੇ ਉੱਪਰ ਆਏ। ਔਰ ਪੂਰਨ ਅਵਤਾਰ, ਪੂਰਨ ਅਵਤਾਰ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਪੂਰਨ ਪਰਿਪੂਰਨ ਪਰਮਾਤਮਾ ਦੇ ਵਿੱਚ ਇੱਕਮਿਕ ਹੋਵੇ, ਜਿਹਦਾ ਸਾਰੇ ਸਤਿਕਾਰ ਕਰਨ ਉਹਨੂੰ ਪੂਰਨ ਅਵਤਾਰ ਕਿਹਾ ਜਾਂਦਾ। ਇੱਕ ਖਾਲਸਾ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਜਿਤਨੇ ਵੀ ਅਵਤਾਰ ਸੰਸਾਰ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਪਹਿਲਾਂ ਹੋਏ, ਕਿਸੇ ਦੇ ਨਾਮ ਦੇ ਅੱਗੇ ਗੁਰੂ ਨਹੀਂ ਲੱਗਦਾ। ਪਰ ਇੱਕ ਹੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪੂਰਨ ਅਵਤਾਰ, ਜਿਨ੍ਹਾਂ ਦੇ ਨਾਮ ਦੇ ਅੱਗੇ ਗੁਰੂ ਲੱਗਦਾ। ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਰਾਏ ਪੋਏ ਦੀ ਤਲਵੰਡੀ ਤੇ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ, ਉਸ ਵੇਲੇ ਧਰਤੀ ਨੇ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਬੇਨਤੀ ਕੀਤੀ, ਸ਼ੁਕਰਾਨਾ ਕੀਤਾ। ਧਰਤੀ ਨੂੰ ਵੀ ਸੁੱਖ ਪ੍ਰਾਪਤ ਮਿਲਿਆ। ਔਰ ਉਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਅਵਤਾਰ ਧਾਰਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ, ਇਹ ਵਿਕਾਰਾਂ ਰੂਪੀ ਧੁੰਦ ਜਿਹੜੀ ਹੈ ਉਹ ਖਤਮ ਹੋ ਗਈ। ਜਿਵੇਂ ਪ੍ਰਤੱਖ ਧੁੰਦ ਪੈਂਦੀ ਹੈ, ਬਾਹਰ ਦੇਖਦੇ ਹਾਂ ਮੌਸਮ ਦੇ ਹਿਸਾਬ ਦੇ ਨਾਲ ਸੂਰਜ ਨਿਕਲ ਜਾਂਦਾ ਹੈ, ਧੁੰਦ ਖਤਮ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸੰਸਾਰ ਦੇ ਉੱਪਰ ਇਹ ਪਾਪਾਂ ਦੀ ਧੁੰਦ ਪਈ ਹੋਈ ਸੀ, ਪਰ ਜਿਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਿਆ, ਇਹ ਪਾਪਾਂ ਰੂਪੀ ਧੁੰਦ ਖਤਮ ਹੋ ਗਈ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ।
ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਜਨਮ ਦਿਵਾਉਣ ਵਾਲੀ ਦੌਲਤਾਂ ਦਾਈ ਵੇਖੋ ਕਿੱਡੇ ਭਾਗ ਨੇ। ਸਭ ਤੋਂ ਪਹਿਲਾਂ ਦਰਸ਼ਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉਸ ਦੌਲਤਾਂ ਦਾਈ ਨੇ ਕੀਤੀ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ, ਦੌਲਤਾਂ ਦਾਈ ਹੋਰ ਵੀ ਬੱਚਿਆਂ ਨੂੰ ਜਨਮ ਦਿਵਾਉਂਦੀ ਹੈ। ਜਿਸ ਵੇਲੇ ਬੱਚੇ ਜਨਮ ਲੈਂਦੇ, ਆਪ ਜੀ ਜਾਣਦੇ ਹੋ ਬੱਚੇ ਰੋਂਦੇ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਹੋਏ, ਮਹਾਰਾਜ ਸਾਹਿਬ ਜੀ ਰੋਏ ਨਹੀਂ, ਚਿਹਰੇ ਤੇ ਹਾਸਾ ਆ ਰਿਹਾ, ਮੁਸਕਰਾ ਰਹੇ ਨੇ। ਕਮਰੇ ਦੇ ਵਿੱਚ ਦੀਵੇ ਬਲ ਰਹੇ ਨੇ, ਉਹ ਦੀਵਿਆਂ ਦੀ ਲਾਟ ਫਿੱਕੀ ਪੈ ਗਈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਚਿਹਰਾ ਇੰਨਾ ਜਗ ਰਿਹਾ। ਦੌਲਤਾਂ ਦਾਈ ਨੇ ਦਰਸ਼ਨ ਕੀਤੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਦੌਲਤਾਂ ਦਾਈ ਦਾ ਵੀ ਤਨ ਤੇ ਮਨ ਨਿਹਾਲ ਹੋ ਗਿਆ। ਜਾ ਕਰਕੇ ਬਾਬਾ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਆਪ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ। ਸਾਰੇ ਸਰੀਕੇ ਭਾਈਚਾਰੇ ਨੇ ਵਧਾਈਆਂ ਦਿੱਤੀਆਂ ਔਰ ਦੌਲਤਾਂ ਦਾਈ ਨੂੰ ਬਾਬਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਜਿਵੇਂ ਆਪਾਂ ਵਧਾਈ ਦਿੰਦੇ, ਵਧਾਈ ਦੇਣ ਲੱਗੇ। ਪੁੱਛਿਆ ਕਿ ਦੌਲਤਾਂ ਤੈਨੂੰ ਕਿੰਨੀ ਮਾਇਆ ਚਾਹੀਦੀ, ਪਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੌਲਤਾਂ ਨੇ ਕੀਤੇ ਸੀ, ਪਰ ਅੱਜ ਤਨ ਮਨ ਨਿਹਾਲ ਹੈ, ਸੰਤੋਖ ਦੇ ਵਿੱਚ ਹੈ। ਬੇਨਤੀ ਕੀਤੀ ਕਿ ਬਾਬਾ ਮਹਿਤਾ ਕਾਲੂ ਜੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੇਵਲ ਤੇ ਕੇਵਲ ਤੁਹਾਡੇ ਸਪੁੱਤਰ, ਇਹ ਕੋਈ ਬੱਚਾ ਨਹੀਂ, ਇਹ ਕੋਈ ਰੱਬੀ ਅਨਾਹੀ ਨੂਰ ਪੈਦਾ ਹੋਇਆ, ਮੈਨੂੰ ਮਾਇਆ ਨਹੀਂ ਚਾਹੀਦੀ। ਬਾਬੇ ਮਹਿਤੇ ਕਾਲੂ ਨੇ ਵੀ ਮਨ ਦੇ ਨਾਲ ਵਿਚਾਰ ਕੀਤੀ ਕਿ ਅੱਗੇ ਦੌਲਤਾਂ ਮਾਇਆ ਲੈਂਦੀ ਸੀ, ਅੱਜ ਦੌਲਤਾਂ ਮਾਇਆ ਨਹੀਂ ਲੈ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਏ। ਮਹਾਰਾਜ ਜੀ ਨੇ ਇੱਕ ਨੂੰ ਨਹੀਂ, ਅਨੇਕਾਂ ਹੀ ਭੁੱਲੇ ਹੋਏ ਭੜਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਪਾਇਆ। ਬਚਪਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਛੋਟੇ ਛੋਟੇ ਬੱਚਿਆਂ ਨੂੰ ਇਕੱਠਿਆਂ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਾਉਂਦੇ ਔਰ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹ ਸਿਆਣੀਆਂ ਗੱਲਾਂ ਕਰਿਆ ਕਰਦੇ ਔਰ ਪਿੰਡ ਦੇ ਲੋਕ ਆਪਸ ਵਿੱਚ ਵਿਚਾਰ ਕਰਦੇ ਕਿ ਮਹਿਤੇ ਕਾਲੂ ਦੇ ਘਰ ਦੇ ਵਿੱਚ ਬੱਚਾ ਨਹੀਂ, ਇਹ ਪੂਰਨ ਅਵਤਾਰ ਕੋਈ ਰੱਬ ਦਾ ਹੀ ਰੂਪ ਜਿਹੜਾ ਹੈ ਉਹ ਪੈਦਾ ਹੋਇਆ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿੱਥੇ ਵੀ ਗਏ ਜਾ ਕਰਕੇ ਸਤਨਾਮ ਹੀ ਜਪਾਇਆ ਔਰ ਮਹਾਰਾਜ ਸਾਹਿਬ ਜੀ ਨੇ ਭੁੱਲੇ ਹੋਏ ਭੜਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਪਾ ਕਰਕੇ ਔਰ ਮਹਾਰਾਜ ਸਾਹਿਬ ਜੀ ਨੇ ਇਹ ਵਡਿਆਈ ਇਸ ਸੰਸਾਰ ਦੇ ਵਿੱਚੋਂ ਪ੍ਰਾਪਤ ਕੀਤੀ। ਔਰ ਤਾਈਓ ਗੁਰਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਦੀ ਵਡਿਆਈ ਦੇ ਬਾਬਤ ਇੱਕ ਨਹੀਂ ਅਨੇਕਾਂ ਹੀ ਸ਼ਬਦ ਆਉਂਦੇ ਨੇ। ਔਰ ਆਪ ਸਮੂਹ ਸੰਗਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ ਔਰ ਸਮੂਹ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਇਤਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਗੁਰੂ ਕੀ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿੰਦ ਪਿਤਾ ਬਖਸ਼ ਦੇਣ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਆਓ ਦੇਵ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।